ਗੁਰੂ ਨਾਨਕ ਪਦ ਪੰਕਜ ਬੰਦਨਾ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਗਗਨਨ ਕੇ ਨਾਥਕ ਵਿਗਨਨ ਕੇ ਨਾਥਕ ਸ਼੍ਰੀ ਹਰ ਗੋਬਿੰਦ ਸੁਭ ਸੋ ਮਤ ਪ੍ਰਕਾਸ਼ ਸ਼੍ਰੀ ਹਰਿ ਰਾਏ ਨਮੋ ਕਰ ਜੋਈ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਸਾਲਾ ਧਰੋ ਧਰਾ ਧਰ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਤ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਨਾਸਣ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਨਾਸਣ ਸੋਏ ਕਰ ਤਿਆਰੀ ਸਵਰੀਤ ਕੀ ਸਿੱਖ ਸਗਰੇ ਚਲ ਆਏ ਹੱਥ ਬੰਦ ਬੋਲਤ ਪਏ ਗਦ ਗਦ ਗਿਰਾ ਸੁਨਾਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀ ਸਮੂਹ ਸਾਧ ਸੰਗਤ ਜੀਓ ਆਵੜ ਪਾਕੇ ਹੋ ਸਵੇ ਕੁਮਾਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੁਪਾਵਨ ਦਰਬਾਰ ਗੁਰਦੁਆਰਾ ਸ੍ਰੀ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਖੁਦ ਕਰਕੇ ਆਪ ਸਭ ਸੰਗਤਾਂ ਦੀਵਾਨ ਦੀਆਂ ਹਾਜ਼ਰੀਆਂ ਕਰ ਰਹੇ ਹੋ। ਸਜੇ ਹੋਏ ਦੀਵਾਨਾਂ ਵਿੱਚ ਚੱਲ ਰਹੇ ਲੜੀਵਾਰ ਇਤਿਹਾਸ ਦੀ ਕਥਾ ਨੂੰ ਜਿੱਥੇ ਆਪ ਸਭ ਸੰਗਤਾਂ ਦਾ ਪ੍ਰਤੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀਆਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਹੈ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰਦੇਵ ਦੀ ਸਾਨੇ ਮਰਫਤੇ ਪ੍ਰਵਾਨ ਕਰੋ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰ ਤਿਆਰੀ ਸਭ ਰੀਤ ਕੀ ਸਿੱਖ ਸਗਰੇ ਚਲ ਆਏ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਸਤਿਗੁਰੂ ਜੀਆਂ ਦਾ ਇਤਿਹਾਸ ਰੁੱਤਾਂ ਦੇ ਵਿੱਚ ਕਲਮਬੰਦ ਕੀਤਾ ਹੈ ਕਿ ਇਸ ਅਧਿਆਏ ਦਾ ਜੋ ਸਿਰਲੇਖ ਹੈ ਉਹ ਹੈ ਸੰਗਤਾਂ ਨੂੰ ਉਪਦੇਸ਼। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਪਹਿਲਾਂ ਅਧਿਆਏ ਦੇ ਆਰੰਭ ਵਿੱਚ ਦੋਹਰਾ ਅੰਕਿਤ ਕੀਤਾ ਹੈ, ਦਰਜ ਕੀਤਾ ਹੈ, ਫਿਰ ਚੌਪਾਈ ਹੈ, ਫਿਰ ਬੰਦ ਆਉਣਗੇ। ਇਤਿਹਾਸ ਦੀ ਕਥਾ ਹੈ।
ਆਪਾਂ ਨੂੰ ਇਤਿਹਾਸ ਦੇ ਅੱਖਰੀ ਅਰਥ ਉਹਨਾਂ ਦੀ ਜਾਣਕਾਰੀ ਹੋਣੀ ਚਾਹੀਦੀ। ਇਤਿਹਾਸ ਦਾ ਅਰਥ ਹੁੰਦਾ ਹੈ ਇਤੀ ਨਾਮ ਸਮਾਪਤੀ ਦਾ। ਹਾ ਤੋਂ ਮੁਰਾਦ ਹੈ ਪ੍ਰਗਟ ਕਰਨਾ। ਆਸ ਇੱਕ ਵਿਦਵਾਨ ਲਿਖਾਰੀ ਕਲਮ ਚੁੱਕਦਾ ਹੈ, ਉਹ ਬੀਤੇ ਹੋਏ ਸਮੇਂ ਨੂੰ, ਬੀਤੇ ਹੋਏ ਵਰਤਾਰੇ ਨੂੰ ਆਪਣੀ ਬੁੱਧੀ ਅਨੁਸਾਰ ਉਹਨੂੰ ਕਲਮਬੰਦ ਕਰਦਾ ਹੈ ਬੀਤੇ ਹੋਏ ਵਕਤ ਨੂੰ, ਤੇ ਉਹ ਇਸ ਆਸ ਨਾਲ ਕਰਦਾ ਹੈ ਕਿ ਮੈਂ ਜੋ ਸੁਣਿਆ, ਜੋ ਮੈਨੂੰ ਸਰੋਤਾਂ ਤੋਂ ਪਤਾ ਲੱਗਿਆ, ਉਹਨਾਂ ਦੀ ਮੈਂ ਛਾਣਬੀਣ ਕਰਕੇ ਇਹ ਨਿਚੋੜ ਜਿਹੜਾ ਹੈ ਇਹ ਅੱਗੇ ਰੱਖਣ ਲੱਗਾ। ਆਸ, ਇਸ ਆਸ ਨਾਲ ਜਿਵੇਂ ਆਸੇ ਜਾਉਂ ਦੇ ਬੜੇ ਉਹਨੂੰ ਪਕਾ ਕੇ ਸਤੋਂ ਕੱਢਿਆ ਜਾਂਦਾ ਸੀ, ਏਕਣ ਇਹ ਵਿਦਵਾਨ ਇਤਿਹਾਸ ਨੂੰ ਏਕਣ ਖੋਜਦੇ ਨੇ। ਬੀਤੇ ਹੋਏ ਵਕਤ ਨੂੰ ਕਲਮਬੰਦ ਕਰਨਾ ਤੇ ਉਹ ਇਤਿਹਾਸ ਬਣ ਜਾਂਦਾ ਹੈ। ਫਿਰ ਇਤਿਹਾਸ ਦੇ ਵਿੱਚ ਇਤਿਹਾਸਕਾਰ ਨੂੰ ਸਰੋਤ ਚਾਹੀਦੇ ਨੇ ਕਿ ਜਦੋਂ ਇਹ ਵਰਤਾਰਾ ਹੋਇਆ ਉਹ ਦੱਸੇਗਾ ਕਿ ਮੈਨੂੰ ਕਿਸ ਸਰੋਤ ਤੋਂ ਪਤਾ ਲੱਗਿਆ। ਮੈਂ ਆਪ ਦੇ ਗਿਆਤ ਲਈ ਅਰਜ਼ ਕਰਾਂ ਕਿ ਮੈਂ ਪਹਿਲੇ ਦਿਨ ਆਇਆ ਇਸ ਸਥਾਨ ਤੇ ਮੈਨੂੰ ਪੂਰੀ ਜਾਣਕਾਰੀ ਨਹੀਂ, ਫਿਰ ਪੁੱਛਣਾ ਪਏਗਾ। ਫਿਰ ਮੈਂ ਕਿਸੇ ਨੂੰ ਦੱਸਾਂਗਾ, ਉੱਥੇ ਮੈਨੂੰ ਬਾਬਾ ਜੀ ਮਿਲੇ, ਪ੍ਰਬੰਧਕ ਮਿਲੇ, ਸੰਗਤਾਂ ਮਿਲੀਆਂ, ਉਹਨਾਂ ਨੇ ਦੱਸਿਆ ਕਿ ਇਹ ਗੁਰਦੇਵ ਦਾ ਪਾਵਨ ਮੁਕੱਦਸ ਸਥਾਨ ਹੈ। ਕੁਝ ਨਾ ਕੁਝ ਤੇ ਹਵਾਲਾ ਦੇਣਾ ਪਏਗਾ। ਅੱਜ ਦੇ ਦੀਵਾਨ ਸਮੇਂ ਤੁਸਾਂ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੋ, ਇਤਿਹਾਸ ਦੇ ਅੰਤਰੀਵ ਅਰਥਾਂ ਨੂੰ ਸਮਝਣ ਦਾ ਯਤਨ ਕਰੀਏ, ਕਿਉਂਕਿ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਤਕਰੀਬਨ ਸਮਾਪਤੀ ਵੱਲ ਹੈ, ਥੋੜੇ ਦਿਨਾਂ ਤੱਕ। ਤੇ ਬਹੁਤ ਲੰਮਾ ਸਮਾਂ ਸਤਿਕਾਰਯੋਗ ਬਾਬਾ ਜੀ ਸਮੇਂ ਤੇ ਆਣ ਕੇ ਸੇਵਾ ਨਿਭਾਉਂਦੇ ਰਹੇ। ਤੇ ਜਦੋਂ ਪ੍ਰਾਰੰਭ ਹੁੰਦਾ ਹੈ ਇਤਿਹਾਸ ਦਾ ਨਾਨਕ ਪ੍ਰਕਾਸ਼ ਤੋਂ, ਫਿਰ ਗੁਰਪ੍ਰਤਾਪ ਸੂਰਜ ਗ੍ਰੰਥ ਹੁਣ ਇਸ ਦੇ ਇਤਿਹਾਸ ਦਾ ਜਿਹੜਾ ਪ੍ਰਕਰਮ ਚੱਲ ਰਿਹਾ ਹੈ, ਇਹ ਗੁਰਦੇਵ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। ਇਤਿਹਾਸ ਦੇ ਲਖਾਰੀ ਨੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਦਾ ਜਨਮ ਝਬਾਲ ਦੇ ਕੋਲੇ ਪਿੰਡ ਨੂਰਦੀ ਹੋਇਆ। ਝਬਾਲ ਦੇ ਕੋਲੇ ਆ ਪਿੰਡ ਨੂਰਦੀ ਉਹਨਾਂ ਦਾ। ਉਹਨਾਂ ਨੇ ਕਾਫੀ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਸ ਵਕਤ ਉੱਥੇ ਇੱਕ ਵਿਦਿਆਲਾ ਹੁੰਦਾ ਸੀ, ਉੱਥੋਂ ਉਹਨਾਂ ਨੇ ਵਿਦਿਆ ਲਈ ਅਤੇ ਵਿਦਵਾਨ ਬਿਰਤੀ ਦੇ ਮਾਲਕ ਸਨ। ਸਮਾਂ ਪਾ ਕੇ ਉਹਨਾਂ ਨੂੰ ਰਿਆਸਤ ਬੂੜੀਏ ਜਾਣਾ ਪਿਆ। ਬੂੜੀਏ ਰਿਆਸਤ ਦੇ ਵਿੱਚ ਉਹਨਾਂ ਨੇ ਮਾਲਖਾਨੇ ਦੀ ਜ਼ਿੰਮੇਵਾਰੀ ਲੈ ਲਈ, ਦਫ਼ਤਰੀ ਕੰਮਕਾਰ ਦੇਖਦੇ ਸੀ। ਜਦੋਂ ਆਪਾਂ ਜਮਨਾ ਨਗਰ ਜਾਂਦੇ ਹਾਂ ਜਗਾਦਰੀ ਤੋਂ, ਤੇ ਇੱਕ ਸੜਕ ਜਾਂਦੀ ਹੈ ਪੌਂਟਾ ਸਾਹਿਬ ਨੂੰ, ਇੱਕ ਜਾਂਦੀ ਹੈ ਜਮਨਾ ਨਗਰ ਜਗਾਦਰੀ ਤੋਂ। ਜਦੋਂ ਪੌਂਟਾ ਸਾਹਿਬ ਨੂੰ ਜਾਣਾ ਹੈ, ਕੋਈ 6 ਕਿਲੋਮੀਟਰ ਦੂਰੀ ਤੇ ਇੱਕ ਨਗਰ ਆਉਂਦਾ ਹੈ ਬੂੜੀਆ। ਰਿਆਸਤ ਰਹੀ ਹੈ ਬੂੜੀਆ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਨੇ, ਉੱਥੇ ਗੁਰਦੇਵ ਦਾ ਸਥਾਨ ਹੈ। ਮੈਂ ਇਹ ਇਤਿਹਾਸ ਤੋਂ ਕਿਤੇ ਗ੍ਰੰਥੋਂ ਪੜ੍ਹੀ ਗੱਲ ਨਹੀਂ ਸਰਵਣ ਕਰਾਵਾਂਗਾ, ਇਹ ਮੇਰਾ ਉੱਥੋਂ ਦਾ ਵਿਚਰਨਾ ਹੈ। ਮੈਂ ਹੁਣ ਵੀ ਜਾ ਕੇ ਆਇਆ ਸੀ ਪਿਛਲੇ ਸੰਡੇ ਨੂੰ।
ਤੇ ਹਾਜ਼ਰੀ ਸੀ। ਉਸ ਰਾਜੇ ਦੇ ਕੋਲ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਬੂੜੀਆ ਰਿਆਸਤ ਦੇ ਰਾਜੇ ਦੇ ਕੋਲ ਮਾਲਗਿਰੀ ਦਾ ਡਿਊਟੀ ਸੰਭਾਉਂਦੇ ਸੀ। ਉਹਨਾਂ ਨੇ ਪਿੰਗਲ ਪੜਿਆ ਹੋਇਆ ਸੀ, ਕਾਂਸੀ ਤੋਂ ਵਿਦਵਾਨ ਸਨ। ਉਹਨਾਂ ਨੇ ਜਮਨਾ ਦੇ ਤੱਟ ਤੇ ਜਾ ਕੇ ਉੱਥੇ ਬਹੁਤ ਸਾਰਾ ਇਤਿਹਾਸ ਕਲਮਬੰਦ ਕੀਤਾ ਹੈ, ਜਿੰਨਾ ਉਹਨਾਂ ਨੂੰ ਉੱਥੋਂ ਮਿਲਿਆ। ਉਹਨਾਂ ਦੀ ਉਸ ਰੁਚੀ ਨੂੰ ਵੇਖ ਕੇ ਰਾਜੇ ਨੇ ਕਿ ਇਹਨਾਂ ਦੇ ਕੋਲ ਬੜਾ ਵੱਡਾ ਗੁਣ ਹੈ। ਉਹਨਾਂ ਨੇ ਰਾਜੇ ਕਰਮ ਸਿੰਘ ਨੂੰ ਕਿਹਾ, ਪਟਿਆਲਾ ਰਿਆਸਤ ਦਾ ਰਾਜਾ ਸੀ। ਫਿਰ ਉੱਥੋਂ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੂੰ ਇਸ ਕੰਮ ਲਈ ਤਿਆਰ ਕੀਤਾ ਗਿਆ, ਸੇਵਾ ਲਈ ਤਿਆਰ ਕੀਤਾ ਗਿਆ ਕਿ ਤੁਸੀਂ ਕੌਮ ਦੀ ਸੇਵਾ ਕਰੋ, ਗੁਰਦੇਵ ਦਾ ਇਤਿਹਾਸ ਛੰਦਾਬੰਦੀ ਵਿੱਚ ਕਲਮਬੰਦ ਕਰ ਦਿਓ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਫਿਰ ਆਪਣੇ ਧਰਮ ਤੋਂ ਦੂਰ ਚਲੀਆਂ ਜਾਂਦੀਆਂ ਨੇ। ਕੌਮਾਂ ਕਦੇ ਇਤਿਹਾਸ ਨੂੰ ਵਿਸਾਰਦੀਆਂ ਨਹੀਂ। ਸਾਡੇ ਇਤਿਹਾਸ ਨੂੰ ਸਾਂਭ ਕੇ ਰੱਖਣਾ ਅਤੀ ਜ਼ਰੂਰੀ ਸੀ। ਫਿਰ ਇਤਿਹਾਸ ਲਿਖਣ ਦਾ ਜਿਹੜਾ ਉਪਰਾਲਾ ਹੈ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਕੀਤਾ। ਉਹਨਾਂ ਨੇ ਜਦੋਂ ਨਾਨਕ ਪ੍ਰਕਾਸ਼ ਨੂੰ ਲਿਖਿਆ ਤੇ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਨੂੰ ਉਹਨਾਂ ਆਧਾਰ ਬਣਾਇਆ। ਗੁਰੂ ਨਾਨਕ ਪ੍ਰਕਾਸ਼ ਦੇ ਜਿਹੜੇ ਪ੍ਰਸੰਗ ਨੇ ਉਹ ਉਹਨਾਂ ਨੇ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਵਿੱਚੋਂ ਲੈ ਕੇ ਉਹਨਾਂ ਥਾਵਾਂ ਤੇ ਜਾ ਕੇ ਖੋਜ ਕੀਤੀ ਤੇ ਉਸ ਨੂੰ ਕਲਮਬੰਦ ਕਰ ਦਿੱਤਾ। ਇਹ ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਪਹਿਲੀ ਪੋਥੀ ਆਰੰਭ ਹੁੰਦੀ ਹੈ, ਉੱਥੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਇੱਕ ਬੰਦ ਦਿੱਤਾ ਹੈ। ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਇਹ ਸਰੋਤ ਇਤਿਹਾਸ ਦੇ ਮੈਨੂੰ ਬਾਬਾ ਬੁੱਢਾ ਸਾਹਿਬ ਦੀ ਵੰਸ਼ ਚੋਂ ਮਿਲੇ। ਉਹਨਾਂ ਨੇ ਇਹ ਜ਼ਿਕਰ ਕੀਤਾ ਹੈ। ਸਰੋਤ ਤੋਂ ਬਿਨਾਂ ਇਤਿਹਾਸ ਨਹੀਂ ਲਿਖਿਆ ਜਾਂਦਾ। ਇਤਿਹਾਸ ਲਿਖਣਾ ਬੜਾ ਕਠਿਨ ਕੰਮ ਹੈ। ਇਹਦੇ ਲਈ ਬੜੇ ਯਤਨ ਕਰਨੇ ਪੈਂਦੇ ਨੇ, ਬੜੀਆਂ ਡੂੰਘੀਆਂ ਖੋਜਾਂ ਕਰਨੀਆਂ ਪੈਂਦੀਆਂ ਨੇ। ਇਸ ਕਰਕੇ ਇਹ ਕੰਮ ਵੀ ਬੜੀ ਵੱਡੀ ਸੇਵਾ ਹੈ, ਇਤਿਹਾਸ ਨੂੰ ਲਿਖਣਾ ਤੇ ਲਿਖਾਉਣਾ। ਹੁਣ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜੋ ਇਤਿਹਾਸ ਲਿਖਿਆ ਕਵੀ ਸੰਤੋਖ ਸਿੰਘ ਜੀ ਨੂੰ ਨਾਜ਼ਲ ਨਹੀਂ ਹੋਇਆ, ਇਲਹਾਮ ਨਹੀਂ ਹੋਇਆ। ਉਹਨਾਂ ਨੇ ਇਹ ਸਰੋਤ ਲਿਆ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਚੋਂ। ਹੁਣ ਉਸ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਦੇ ਬਾਬਤ ਆਪਾਂ ਆਰੰਭਤ ਕਰਨੇ ਆ। ਫਿਰ ਤੁਸੀਂ ਇਕਾਗਰਤਾ ਦੇ ਨਾਲ ਇਸ ਨੂੰ ਕੰਠ ਰੱਖਿਓ ਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਤੋਂ ਵਸਾਏ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਅਖੀਰਲਾ ਸਮਾਂ ਆਇਆ ਤੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਹਰਗੋਬਿੰਦਪੁਰ ਸਾਹਿਬ ਸਨ। ਦਰਿਆਏ ਬਿਆਸ ਦੇ ਤੱਟ ਤੇ ਨਗਰ ਹੈ, ਜ਼ਿਲ੍ਹਾ ਗੁਰਦਾਸਪੁਰ। ਤੇ ਬਾਬਾ ਜੀ ਝੰਡੇ ਰਾਮਦਾਸ ਸਨ। ਬਾਬਾ ਜੀ ਕਹਿ ਕੇ ਗਏ ਪਾਤਸ਼ਾਹ ਨੂੰ ਕਿ ਜਦੋਂ ਅਸਾਂ ਤੁਹਾਨੂੰ ਯਾਦ ਕੀਤਾ ਤੁਸੀਂ ਜ਼ਰੂਰ ਆਉਣਾ। ਤੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਅਖੀਰਲਾ ਸਮਾਂ ਜਾਣਿਆ, ਇੱਕ ਸਿੱਖ ਨੂੰ ਭੇਜਿਆ ਕਿ ਜਾਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਸ੍ਰੀ ਹਰਗੋਬਿੰਦਪੁਰ ਹਨ, ਉਹਨਾਂ ਨੂੰ ਜਾ ਕੇ ਕਹੋ ਬਾਬਾ ਜੀ ਨੇ ਆਪ ਨੂੰ ਯਾਦ ਕੀਤਾ ਹੈ। ਪਾਤਸ਼ਾਹ ਸੰਗਤਾਂ ਦੇ ਕੋਲ ਬੈਠੇ ਹੋਏ ਨੇ। ਸਤਿਗੁਰੂ ਜੀ ਤਖਤ ਤੇ ਸੁਭਾਏਮਾਨ ਨੇ। ਸੇਵਾਦਾਰ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਆਪ ਨੂੰ
ਬਾਬਾ ਬੁੱਢਾ ਸਾਹਿਬ ਜੀ ਦੇ ਵੱਲੋਂ ਦੋ ਸਿੱਖ ਆਏ ਨੇ, ਮਿਲਣਾ ਚਾਹੁੰਦੇ ਨੇ, ਸਤਿਗੁਰੂ ਜੀ ਨੂੰ ਮਿਲੇ। ਉਹਨਾਂ ਕਿਹਾ ਪਾਤਸ਼ਾਹ ਬਾਬਾ ਜੀ ਯਾਦ ਕਰਦੇ ਨੇ। तो मेरी पीरी दे माल गुरु हरगोबिंद साहब महाराज बाबा विधि चंद जी नूं कहन लगे, विधि चंद चलो सवार तैयार करो, वो आपां चंडे रामदास जाना है। सतगुरु जी कुछ घंटियां विच ही चंडे रामदास पुज गए। उस पिंड का पहला नाम तलवंडी है, फिर तलवंडी भाना, फिर चंडे रामदास ते हुण रमदास। रिकॉर्ड दे विच 1836 तक चंडे रामदास ही रहा है। फिर 1913-14 दे विच जाके उहदा चंडे दा चंडे रामदास की थां ते कल्ला ही रामदास रमदास कहन लग गए। उसनूं जो पुराने स्रोत मिलते हैं उन्हां दे विच चंडे रामदास ही लिखे। बाबा बुढ़ा साहब जी जदों सतगुरु जी जाके मिलते तो पातशाह ते बाबा जी बैठे ने। सतगुरु जी कहन लगे, बाबा जी तुसां पंज गुरु साहिबानां दे नाल समा बतीत कीता है। गुरु वक्त दियां कुछ सानू साखियां, कुछ उन्हां दे वर्तारे, उस वक्त किवें दा सी सानू समझाओ। बाबा बुढ़ा साहब जी कहन लगे, बादशाह तुहाडे तो वध कौन जान सकता है। विचारा करदियां करदियां बाबा जी दे कोल भाई भाना जी आए ते बाबा बुढ़ा साहब जी कहन लगे, पातशाह सतगुरु गुरु हरगोबिंद साहब महाराज, ये साडा भाना भोला है, इनू अपने चरणों में ला लो, तवज्जो दिओ जे। सतगुरु जी जदों बाबा जी दे वचन सुनते ने कि बाबा जी कहते कि साडा भाना भोला है। भोले दे अखरी अर्थ होंदे ने अंदरों बाहरों इक्को जिक्कण। भोला उन्होंने कहा जाता है। मालवे की संगत बहुत भोली है। मैं दुआबा माझा सारा घूमे, मालवे की संगत बहुत भोली है। ते भोले का अर्थ होंदा जो अंदरों बाहरों इक्को जिक्कण होवे, कोई मैल वल फरे ना होवे। ते बाबा बुढ़ा साहब जी ने जदों ये वचन पातशाह नूं कहे, सतगुरु जी कहन लगे, बाबा जी तुसी जेड़ी गल करदे हो कि भाना जी नूं अपने चरनां विच रखना, ये बाबा जी ये तुहाडी कुल दे विचों विद्वान होणगे। ये वचन गुरु हरगोबिंद साहब महाराज दे ने कि बाबा जी तुहाडी कुल च विद्वान पैदा होणगे। बाबा बुढ़ा साहब जी शरीर छड़ जाते ने। सतगुरु जी ने उन्हां दे अंतिम संस्कार नूं आप कीता। सारे वो जिहड़े उस वक्त दियां रस्मां होंदियां ने साडियां समाज दियां वो निभाइयां। भोग तो उपरंत सतगुरु जी श्री हरगोबिंदपुर आ गए ते भाई भाना जी बाबा बुढ़ा साहब जी दे गद्दी नशीन होए। ते बाबा बुढ़ा साहब तो बाद जिस वक्त गुरु नानक साहब की उस जोत ने 7वें घर में वास किया, गुरु हरराय महाराज उस वक्त गुरता गद्दी का तिलक 6वें पातशाह तक बाबा बुढ़ा साहब जी लाया। ते गुरु हरराय महाराज नूं गुरता गद्दी का तिलक रस्मी तौर पर भाई भाना जी ने लाया। भाई भाना जी दे 2 सुपुत्र सन, भाई सरवण जी ते जलाल जी। जलाल जी का सुपुत्र सन भाई झंडा जी। गुरु हरकृष्ण महाराज 8वें पातशाह उन्होंने गुरता गद्दी का तिलक भाई झंडा जी ने लाया। फिर वो जोत 9वें घर में जदों वास करती है, गुरु हरकृष्ण महाराज दिल्ली की धरती तो ये वचन संगतां नूं मुखातब होके कहंदे ने, बाबा बसै ग्राम बकाले। जदों गुरु
ਨਾਨਕ ਸਾਹਿਬ ਨੇ ਉਸ ਜੋਤ ਨੂੰ ਤਬਦੀਲ ਕੀਤਾ ਦੂਸਰੇ ਘਰ ਵਿੱਚ ਤੇ ਕਹਿ ਦਿੱਤਾ ਮਹਾਰਾਜ ਨੇ ਕਿ ਭਾਈ ਲਹਿਣਾ ਜੀ ਗੁਰੂ ਅੰਗਦ ਦੇ ਹੋਣਗੇ ਤੁਹਾਡੇ ਦੂਸਰੇ ਪਾਤਸ਼ਾਹ ਨੇ। ਇਹ ਗੁਰੂ ਜੋਤ ਇੱਥੇ ਅਸੀਂ ਟਿਕਾ ਦਿੱਤੀ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸੰਗਤਾਂ ਨੂੰ ਕਹਿ ਦਿੱਤਾ ਕਿ ਗੁਰੂ ਅਮਰਦਾਸ ਮਹਾਰਾਜ ਨੂੰ ਅਸਾਂ ਗੁਰਤਾ ਗੱਦੀ ਇਹ ਜੋਤ ਨੂੰ ਸ਼ੋਭਾਇਮਾਨ ਕਰ ਦਿੱਤਾ ਤੀਸਰੇ ਘਰ ਵਿੱਚ, ਤੀਸਰੇ ਸਰੀਰ ਵਿੱਚ। ਗੁਰੂ ਅਮਰਦਾਸ ਮਹਾਰਾਜ ਨੇ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਨੂੰ ਸੰਗਤਾਂ ਨੂੰ ਕਹਿ ਦਿੱਤਾ ਕਿ ਅਸਾਂ ਗੁਰੂ ਜੋਤ ਨੂੰ ਹੁਣ ਚੌਥੇ ਘਰ ਵਿੱਚ ਵਾਸ ਕਰਾ ਦਿੱਤਾ ਹੈ। ਗੁਰੂ ਰਾਮਦਾਸ ਮਹਾਰਾਜ ਨੇ ਕਹਿ ਦਿੱਤਾ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਪੰਜਵੇਂ ਨਾਨਕ ਨੇ ਤੇ ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਜਦੋਂ ਲਾਹੌਰ ਚੱਲੇ ਨੇ ਪੰਜਾਂ ਸਿੱਖਾਂ ਦੇ ਨਾਲ, ਭਾਈ ਵਿਧੀ ਚੰਦ, ਭਾਈ ਜੇਠਾ ਜੀ, ਭਾਈ ਲਗਾ ਜੀ, ਭਾਈ ਪ੍ਰਾਣਾ ਜੀ, ਭਾਈ ਪੈੜਾ ਜੀ, ਗੁਰਦੇਵ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਬਾਬਾ ਜੀ ਅਸੀਂ ਲਾਹੌਰ ਚੱਲੇ ਹਾਂ, ਹੁਣ ਤੁਹਾਡੀ ਰਹਿਬਰੀ ਹਰਗੋਬਿੰਦ ਕਰਨਗੇ, ਤੁਸੀਂ ਅਗਵਾਈ ਦੇਣੀ। ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਦੇਵ ਨੂੰ ਰਸਮੀ ਤੌਰ ਤੇ ਗੁਰਤਾ ਗੱਦੀ ਦਾ ਤਿਲਕ ਲਾਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ, ਉਹ ਜੋਤ ਜਦੋਂ ਸੱਤਵੇਂ ਘਰ ਵਿੱਚ ਵਾਸ ਕਰਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਸੁਪੁੱਤਰ ਗੁਰੂ ਹਰਿਰਾਏ ਮਹਾਰਾਜ ਪਾਤਸ਼ਾਹ ਦੇ ਪੋਤਰੇ ਸਨ। ਉਹ ਜੋਤ ਸੱਤਵੇਂ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵਾਸ ਕਰਵਾ ਦਿੱਤਾ। ਜੋਤ ਸੁਭਾਇਮਾਨ ਹੋ ਗਈ। ਜਗਤ ਨੂੰ, ਸੰਸਾਰ ਨੂੰ, ਸਿੱਖਾਂ ਨੂੰ ਕਹਿ ਦਿੱਤਾ ਹੈ ਕਿ ਹੁਣ ਤੁਹਾਡੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਮਹਾਰਾਜ ਨੇ ਗੁਰੂ ਨਾਨਕ ਦੀ ਜੋਤ ਇੱਥੇ ਟਿਕੀ ਹੈ। ਫਿਰ ਗੁਰੂ ਹਰਿਰਾਏ ਮਹਾਰਾਜ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਜਦੋਂ ਭਾਈ ਝੰਡਾ ਜੀ ਨੇ ਰਸਮੀ ਤੌਰ ਤੇ ਗੁਰਤਾ ਗੱਦੀ ਦਾ ਤਿਲਕ ਲਾਇਆ, ਸੰਗਤਾਂ ਨੂੰ ਕਹਿ ਦਿੱਤਾ ਕਿ ਹੁਣ ਇਹ ਜੋਤ 8ਵੇਂ ਘਰ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ। ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਸਿਰ ਬਾਬੇ ਦਾ ਹੀ ਜ਼ਿਕਰ ਕੀਤਾ ਹੈ। ਇੱਕ ਪਰਦਾ ਰੱਖਿਆ ਪਾਤਸ਼ਾਹ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ। ਹੁਣ ਬਾਬੇ ਦੇ ਅੱਖਰੀ ਅਰਥ ਹੁੰਦੇ ਨੇ ਦਾਦਾ, ਤੇ ਕੁੱਲ ਦੇ ਵਿੱਚ ਦਾਦੇ ਸਾਰੇ ਹੁੰਦੇ ਨੇ ਚਾਚੇ ਤਾਇਆਂ ਦੇ ਵਿੱਚੋਂ। ਪਰ ਗੁਰਦੇਵ ਨੇ ਜਦੋਂ ਕਹਿ ਦਿੱਤਾ ਕਿ ਬਾਬਾ ਬਸੈ ਗ੍ਰਾਮ ਬਕਾਲੇ, ਕਿ ਉਸ ਵਕਤ ਸੋਢੀ ਕੁੱਲ ਜਿਹੜੀ ਸੀ, ਕੁਝ ਕਰਤਾਰਪੁਰ ਸਾਹਿਬ ਸੀ, ਕੁਝ ਕੀਰਤਪੁਰ ਸਾਹਿਬ ਸੀ, ਤੇ ਬਾਬੇ ਬਕਾਲੇ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਨ। ਹੁਣ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਪੋਤਰੇ ਨੂੰ ਦੇ ਰਹੇ ਨੇ ਤੇ ਫਿਰ ਗੁਰੂ ਹਰਕ੍ਰਿਸ਼ਨ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪੋਤਰੇ ਸਨ, ਕਿਉਂਕਿ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ, ਇਹ ਗੁਰੂ ਤੇਗ ਬਹਾਦਰ ਸਾਹਿਬ ਸਭ ਤੋਂ ਛੋਟੇ ਸਾਹਿਬਜ਼ਾਦੇ ਹਨ। ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਗੁਰੂ ਹਰਿਰਾਏ ਮਹਾਰਾਜ, ਉਹਨਾਂ ਦੇ ਸੁਪੁੱਤਰ ਗੁਰੂ ਹਰਕ੍ਰਿਸ਼ਨ ਮਹਾਰਾਜ। ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ ਗੁਰੂ ਹਰਕ੍ਰਿਸ਼ਨ ਮਹਾਰਾਜ, ਤੇ ਕੁੱਲ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵੀ ਪੋਤਰੇ ਗੁਰੂ ਹਰਕ੍ਰਿਸ਼ਨ ਮਹਾਰਾਜ। ਬਚਨ ਕੀਤੇ ਗੁਰਦੇਵ ਨੇ, ਬਾਬਾ ਬਸੈ ਗ੍ਰਾਮ ਬਕਾਲੇ। ਸੋਢੀਆਂ ਨੇ ਵੀ ਹੀਰਾ ਘੱਤ ਲੀਆਂ ਕਿ ਬਾਬੇ ਬਕਾਲੇ ਵੱਲ ਇਸ਼ਾਰਾ ਹੋ ਗਿਆ ਹੈ ਤੇ ਗੁਰੂ ਜੋਤ ਉੱਥੇ ਹੈ। ਉਹਨਾਂ ਨੇ ਬੜੇ ਆਪੋ ਆਪਣੇ ਮਸੰਦ ਰੱਖੇ ਸਨ। ਤੋਂ ਜਦੋਂ ਮੱਖਣ ਸ਼ਾਹ ਲਬਾਣਾ ਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਰਸਮੀ ਤੌਰ ਤੇ ਗੁਰਤਾ ਗੱਦੀ ਦਾ ਤਿਲਕ ਲਾਇਆ ਭਾਈ ਗੁਰਦਿੱਤਾ ਜੀ ਨੇ। ਭਾਈ ਝੰਡਾ ਜੀ ਦੇ ਸੁਪੁੱਤਰ ਹੋਏ ਦੋ, ਭਾਈ ਗੁਰਦਿੱਤਾ ਤੇ ਭਾਈ ਹਰਦਿੱਤਾ। ਭਾਈ ਗੁਰਦਿੱਤਾ ਗੁਰਤਾ ਗੱਦੀ ਦਾ ਤਿਲਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਬਾਬੇ ਬਕਾਲੇ ਦੀ ਧਰਤੀ ਤੇ ਲਾਉਂਦੇ ਨੇ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ, ਸਾਰਿਆਂ ਵਿਦਵਾਨਾਂ ਨੇ ਕੀਤਾ ਹੈ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਤੇ ਸੁਭਾਇਮਾਨ ਹੁੰਦੇ ਨੇ ਤੇ ਬਾਬਾ ਬੁੱਢਾ ਸਾਹਿਬ ਨੂੰ ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਿਹਾ ਸੀ ਕਿ ਬਾਬਾ ਜੀ ਇਹ ਜੋਤ ਹੁਣ ਤੁਹਾਡੇ ਤੋਂ ਕਦੇ ਓਲੇ ਨਹੀਂ ਹੋਏਗੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਬਾਬਾ ਜੀ ਦਾ ਵੰਸ਼ ਨਾਲ ਰਹਿੰਦਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ। ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ
ਆਨੰਦਪੁਰ ਸਾਹਿਬ ਦੀ ਨਿਊ ਰੱਖੀ, ਚੱਕ ਨਾਨਕੀ ਵਸਾਇਆ, ਉਸ ਦੀ ਨੀਂਹ ਭਾਈ ਗੁਰਦਿੱਤਾ ਜੀ ਨੇ ਰੱਖੀ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਸ਼ਹਾਦਤ ਦੇਣ ਲਈ ਗਏ ਦਿੱਲੀ, ਚਾਂਦਨੀ ਚੌਕ ਆਪਣਾ ਬਲੀਦਾਨ ਦਿੱਤਾ ਗੁਰਦੇਵ ਨੇ, ਤੇ ਭਾਈ ਗੁਰਦਿੱਤਾ ਜੀ ਨਾਲ ਗਏ ਤੇ ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਬਾਬਾ ਜੀ, ਕਿਉਂਕਿ ਬਾਬਾ ਬੁੱਢਾ ਸਾਹਿਬ ਦੀ ਬੰਸ ਕਰਕੇ ਬਾਬਾ ਹੀ ਕਿਹਾ ਜਾਂਦਾ ਸੀ, ਬਾਬਾ ਗੁਰਦਿੱਤਾ, ਬਾਬਾ ਝੰਡਾ। ਤੋਂ ਜਦੋਂ ਭਾਈ ਗੁਰਦਿੱਤਾ ਜੀ ਨੇ ਪਾਤਸ਼ਾਹ ਨੂੰ ਕਿਹਾ, ਮਹਾਰਾਜ ਤੁਹਾਡੇ ਹੁਕਮ ਨੂੰ ਮੰਨ ਲਿਆ, ਪਰ ਇਹ ਜੋਤ ਜਿੰਨਾ ਚਿਰ ਜਗਤ ਵਿੱਚ ਹੈ ਅਸੀਂ ਵੀ ਸਵਾਸ ਉਹਨਾਂ ਚਿਰ ਹੀ ਲੈਣੇ ਨੇ। ਜਦੋਂ ਗੁਰਦੇਵ ਨੇ ਆਪਣਾ ਬਲੀਦਾਨ ਦਿੱਤਾ ਚਾਂਦਨੀ ਚੌਂਕ ਵਿੱਚ, ਜਦੋਂ ਜਲਾਦਾਂ ਨੇ ਸਤਿਗੁਰੂ ਜੀ ਦਾ ਸੀਸ ਧਰਨ ਨਾਲ ਲਹਿਦਾ ਕਰ ਦਿੱਤਾ ਤੇ ਭਾਈ ਗੁਰਦਿੱਤਾ ਜੀ ਮਜਨੂ ਦੇ ਟਿੱਲੇ ਆਪਣਾ ਸਰੀਰ ਛੱਡ ਗਏ। ਉਹਨਾਂ ਨੇ 2 ਦਸਤਾਰਾਂ ਦਿੱਲੀ ਤੋਂ ਭੇਜੀਆਂ ਮਜਨੂ ਦੇ ਟਿੱਲੇ ਤੋਂ, ਇੱਕ ਆਪਣੇ ਪੁੱਤਰ ਰਾਮ ਕੌਰ ਲਈ ਤੋਂ ਇੱਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ। ਜਦੋਂ ਭਾਈ ਗੁਰਦਿੱਤਾ ਜੀ ਸਰੀਰ ਛੱਡ ਜਾਂਦੇ ਨੇ, ਸਤਿਗੁਰੂ ਜੀ ਦੀ ਸ਼ਹਾਦਤ ਹੋ ਜਾਂਦੀ ਹੈ, ਉਹ ਜੋਤ 10ਵੇਂ ਘਰ ਵਿੱਚ ਵਾਸ ਕਰ ਜਾਂਦੀ ਹੈ। ਤੋਂ ਭਾਈ ਗੁਰਦਿੱਤਾ ਜੀ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਦੀ ਬੰਸ ਭਾਈ ਰਾਮ ਕੌਰ ਜੀ ਨੂੰ ਗੱਦੀ ਨਸ਼ੀਨ ਕੀਤਾ ਗਿਆ ਹੈ। ਗੁਰਸਿੱਖ ਦਿੱਲੀ ਦੀਆਂ ਭੱਟਵਈਆਂ ਵਿੱਚ ਜ਼ਿਕਰ ਹੈ ਕਿ ਜਦੋਂ ਸਿੱਖਾਂ ਨੇ ਜਾ ਕੇ ਦੱਸਣਾ ਕੀਤਾ ਗੁਰਸੰਗਤਾਂ ਨੇ, ਉਸ ਵਕਤ ਭਾਈ ਹਰਦਿੱਤਾ ਜੀ ਨੇ ਆਪਣੇ ਭਤੀਜੇ ਰਾਮ ਕੌਰ ਨੂੰ, ਜਿਨ੍ਹਾਂ ਦੀ ਉਮਰ 7 ਸਾਲ ਹੈ, ਪਾਲਕੀ 'ਚ ਬਿਠਾਇਆ ਹੈ, ਕਲਗੀ ਲਈਏ, ਇੱਕ ਸਵਾਰ ਲਿਆ ਘੋੜਾ, ਤੇ ਉਹਦੇ ਉੱਤੇ ਹੀਰਿਆਂ ਨਾਲ ਜੜਤ ਕਾਠੀ, ਬਹੁਤ ਸਾਰੀਆਂ ਭੇਟਾਵਾਂ, ਸਤਿਗੁਰੂ ਜੀ ਦੇ ਪਹਿਨਣ ਲਈ ਵਸਤਰ ਲੈ ਕੇ ਭਾਈ ਹਰਦਿੱਤਾ ਜੀ ਆਪਣੇ ਭਤੀਜੇ ਰਾਮ ਕੌਰ ਜੀ ਦੇ ਨਾਲ ਆਨੰਦਪੁਰ ਸਾਹਿਬ ਜਾਂਦੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਗੋਬਿੰਦ ਰਾਏ ਸਨ, ਰਸਮੀ ਤੌਰ ਤੇ ਗੁਰਤਾ ਗੱਦੀ ਦਾ ਤਿਲਕ ਭਾਈ ਰਾਮ ਕੌਰ ਜੀ ਨੇ ਲਾਇਆ। ਉਹ ਜੋ 10ਵੇਂ ਘਰ ਵਿੱਚ ਵਾਸ ਕਰ ਗਈ। ਜਦੋਂ ਸਤਿਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ, ਉਸ ਵਕਤ ਭਾਈ ਰਾਮ ਕੌਰ ਜੀ ਨੇ ਖੰਡੇ ਬਾਟੇ ਦੀ ਪੌਲ ਛਕੀ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਆਪਾਂ ਪਾਵਨ ਦਰਬਾਰ ਤੇ ਜੁੜ ਬੈਠੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੋਦ ਅੰਦਰ, ਤੇ ਪਾਤਸ਼ਾਹ ਨੇ ਉਹਨਾਂ ਦਾ ਨਾਮ ਰੱਖਿਆ ਭਾਈ ਗੁਰਬਖਸ਼ ਸਿੰਘ। ਭਾਈ ਰਾਮ ਕੌਰ ਜੀ ਨਾਲ ਨੇ। ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਘੇਰਾ ਪੈ ਗਿਆ, ਇਹ ਭਾਈ ਰਾਮ ਕੌਰ ਜੀ ਨੂੰ, ਭਾਈ ਗੁਰਬਖਸ਼ ਸਿੰਘ ਜੀ ਨੂੰ ਪਾਤਸ਼ਾਹ ਕਹਿਣ ਲੱਗੇ ਕਿ ਤੁਸੀਂ ਹੁਣ ਚਲੇ ਜਾਓ ਝੰਡੇ ਰਾਮਦਾਸ, ਕਿਉਂਕਿ ਹੁਣ ਇਹ ਗੁਰੂ ਜੋਤ ਸ਼ਬਦ ਵਿੱਚ ਪ੍ਰਵੇਸ਼ ਕਰ ਜਾਏਗੀ। ਇਸ ਕਰਕੇ ਤੁਸੀਂ ਆਪਦੇ ਨਗਰ ਵਿੱਚ ਜਾਓ। ਭਾਈ ਰਾਮ ਕੌਰ ਜੀ ਕਹਿਣ ਲੱਗੇ ਭਾਈ ਗੁਰਬਖਸ਼ ਸਿੰਘ ਜੀ ਕਿ ਪਾਤਸ਼ਾਹ ਅਸੀਂ ਜਾ ਨਹੀਂ ਸਕਦੇ ਤੁਹਾਨੂੰ ਛੱਡ ਕੇ, ਅਸੀਂ ਇਕੱਲੇ ਕੀ ਕਰਾਂਗੇ, ਸਾਨੂੰ ਕੀਰਤਨ ਨਹੀਂ ਕਰਨਾ ਆਉਂਦਾ, ਸਾਡੇ ਨਾਲ ਕੋਈ ਕਵੀ ਭੇਜ ਦਿਓ, ਤੁਹਾਡੀਆਂ ਕਵਿਤਾਵਾਂ ਸੁਣ ਲਵਾਂਗੇ। ਜਿੱਥੇ ਜਿੱਥੇ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਦਰਬਾਰ ਨੇ, ਉੱਥੇ ਕਵੀ ਜਨ ਕਵਿਤਾਵਾਂ ਵੀ ਸਤਿਗੁਰੂ ਜੀ ਦੀਆਂ ਸਰਵਣ ਕਰਾਉਂਦੇ ਨੇ, ਆਪੋ ਆਪਣੀ ਨਜ਼ਰ ਨਾਲ ਲਿਖਦੇ ਨੇ। ਔਰ ਬਾਬਾ ਜੀ ਲਿਖਦੇ, ਹੁਣ ਬਾਬਾ ਜੀ ਨੂੰ ਚਾਹੀਦਾ ਹੈ, ਕਿਉਂਕਿ ਸੇਵਾ ਵੱਲੋਂ ਫਰੀ ਨੇ ਕਵਿਤਾਵਾਂ। ਸਤਿਗੁਰੂ ਜੀ ਦਾ ਇਹ ਉਪਦੇਸ਼ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। 52 ਕਵੀ ਰੱਖੇ ਪਾਤਸ਼ਾਹ ਨੇ। ਖੈਰ ਮੁਕਤਸਰ ਭਾਈ ਰਾਮ ਕੌਰ ਜੀ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਕੋਈ ਸਾਡੇ ਨਾਲ ਭੇਜ ਦਿਓ, ਅਸੀਂ ਤੁਹਾਡਾ ਜਸ ਕਰਾਂਗੇ। ਤਾਂ ਫਿਰ ਸਤਿਗੁਰੂ ਜੀ ਨੇ ਭਾਈ ਸਾਹਿਬ ਸਿੰਘ ਨਾਮੀ ਇੱਕ ਉਹ ਵੀ ਕਵੀ ਸੀ, ਉਸ ਨੂੰ ਪਾਤਸ਼ਾਹ ਨੇ ਨਾਲ ਭੇਜ ਦਿੱਤਾ। ਭਾਈ ਰਾਮ ਕੌਰ ਜੀ ਝੰਡੇ ਰਾਮਦਾਸ ਆ ਗਏ। ਤੇ ਸਤਿਗੁਰੂ ਜੀ ਜਦੋਂ ਆਨੰਦਪੁਰ ਸਾਹਿਬ ਤੋਂ ਬਾਅਦ ਇਸ ਨਗਰ ਵੱਲ ਨੂੰ ਆਉਂਦੇ ਨੇ, ਜਿੱਥੇ ਆਪਾਂ ਜੁੜ ਬੈਠੇ ਹਾਂ, ਇਹ ਇਤਿਹਾਸ ਆਪਾਂ ਕੱਲ ਸਰਵਣ ਕੀਤਾ ਹੈ। ਜਿਹੜੇ ਭਾਈ ਰਾਮ ਕੌਰ ਜੀ ਸਨ, ਉਹਨਾਂ ਦੇ ਸਪੁੱਤਰ ਸਨ ਬਾਬਾ ਮੋਹਰ ਜੀ। ਬਾਬਾ ਮੋਹਰ ਜੀ ਵਿਆਹੇ ਸਨ ਪਿੰਡ ਮਹਿਰਾਜ। ਬਾਬਾ ਆਲਾ ਸਿੰਘ ਜੀ ਦੀ ਸਪੁੱਤਰੀ ਬੀਬੀ ਪ੍ਰਧਾਨ ਕੌਰ ਨੂੰ। ਬਾਬਾ ਆਲਾ ਜੀ ਦੇ 3 ਪੁੱਤਰ ਸਨ, ਭੂਮੀਆਂ, ਸਰਦੂਲ ਤੇ ਲਾਲ, ਤੇ ਇੱਕ ਬੇਟੀ ਸੀ ਬੀਬੀ ਪ੍ਰਧਾਨ ਕੌਰ। ਇਹ ਭਾਈ
ਰਾਮ ਕੌਰ ਜੀ ਭਾਈ ਗੁਰਬਖਸ਼ ਸਿੰਘ ਦੇ ਸੁਪੁੱਤਰ ਬਾਬਾ ਮੋਹਰ ਸਿੰਘ ਨੂੰ ਵਿਆਹੇ ਹੋਏ ਸਨ। ਇਹਨਾਂ ਦੇ ਘਰ ਇੱਕ ਸੁਪੁੱਤਰ ਦਾ ਜਨਮ ਹੋਇਆ ਸੀ, ਉਸ ਦਾ ਨਾਂ ਸੀ ਰੂਪ ਸਿੰਘ ਚੰਡੇ ਰਾਮਦਾਸ। ਉਹ ਜਵਾਨੀ ਪਹਿਰੇ ਤੋਂ ਪਹਿਲਾਂ ਹੀ ਸਰੀਰ ਛੱਡ ਗਏ। ਬੀਬੀ ਪ੍ਰਧਾਨ ਕੌਰ ਜੀ ਤੇ ਬਾਬਾ ਮੋਹਰ ਸਿੰਘ ਜੀ ਉਦਾਸ ਰਹਿਣ ਲੱਗ ਪਏ। ਬੀਬੀ ਪ੍ਰਧਾਨ ਕੌਰ ਜੀ ਨੇ ਆਪਣੇ ਪਿਤਾ, ਜਿਹਨੂੰ ਆਪਾਂ ਸਹੁਰਾ ਕਹਿ ਦਿੰਦੇ ਆ, ਪਿਤਾ ਸਹੁਰਾ ਕਹਿ ਦਿਓ, ਉਹ ਸਮਝਣ ਦਾ ਤਰੀਕਾ ਹੈ, ਸਾਡੇ ਮਾਝੇ 'ਚ ਇੱਕ ਨਹੀਂ ਕਹਿੰਦੇ ਨੇ। ਉਸ ਵਕਤ ਬੀਬੀ ਪ੍ਰਧਾਨ ਕੌਰ ਜੀ ਕਹਿਣ ਲੱਗੇ ਭਾਈ ਗੁਰਬਖਸ਼ ਸਿੰਘ ਨੂੰ ਕਿ ਪਿਤਾ ਜੀ, ਤੁਸੀਂ ਗੁਰੂ ਵਕਤ ਦੀਆਂ, ਸਤਿਗੁਰੂ ਜੀਆਂ ਦੇ ਵਕਤ ਦੀਆਂ ਸਾਨੂੰ ਸਾਖੀਆਂ ਸੁਣਾਓ। ਤੁਹਾਡੇ ਤੋਂ ਵੱਧ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਕੌਣ ਜਾਣ ਸਕਦਾ ਹੈ ਇਤਿਹਾਸ ਨੂੰ। ਫਿਰ ਭਾਈ ਰਾਮ ਕੌਰ ਜੀ ਇੱਕ ਭਿੱਜੀ ਹੋਈ ਰੂਹ ਸਨ, ਬਹੁਤ ਬੰਦਗੀ ਵਾਲੇ ਸਨ, ਤੇ ਉਹਨਾਂ ਨੂੰ ਫਿਰ ਇਲਹਾਮ ਹੋਇਆ ਇਤਿਹਾਸ। ਉਹ ਫਿਰ ਸਾਖੀਆਂ ਦੇ ਰੂਪ ਵਿੱਚ ਬੀਬੀ ਪ੍ਰਧਾਨ ਕੌਰ ਨੂੰ, ਆਪਣੇ ਪੁੱਤਰ ਬਾਬਾ ਮੋਹਰ ਸਿੰਘ ਨੂੰ, ਝੰਡੇ ਪਿੰਡ ਦੀਆਂ ਸੰਗਤਾਂ ਨੂੰ ਤੇ ਭਾਈ ਸਾਹਿਬ ਸਿੰਘ ਜਿਹੜੇ ਸਨ ਉਸ ਵਕਤ ਨਾਲ, ਉਹ ਭਾਈ ਗੁਰਬਖਸ਼ ਸਿੰਘ ਦੇ ਇਤਿਹਾਸ ਨੂੰ ਜੋ ਸਾਖੀ ਸੁਣਾਉਂਦੇ ਉਹਨਾਂ ਨੂੰ ਲਿਖ ਲੈਂਦੇ। ਜਦੋਂ ਭਾਈ ਰਾਮ ਕੌਰ ਜੀ, ਬਾਬਾ ਗੁਰਬਖਸ਼ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ ਗੁਰੇ ਇਤਿਹਾਸ ਸਰਵਣ ਕਰਾਉਂਦੇ, ਸਾਖੀਆਂ ਸਰਵਣ ਕਰਾਉਂਦੇ, ਉਦੋਂ ਸਾਰੇ ਹੀ ਬੜੇ ਭਿੱਜ ਜਾਂਦੇ, ਕਿਉਂਕਿ ਉਹਨਾਂ ਨੂੰ, ਭਾਈ ਰਾਮ ਕੌਰ ਜੀ ਨੂੰ, ਇਹ ਜਿਹੜਾ ਇਤਿਹਾਸ ਤੁਸੀਂ ਮਗਰਲੇ ਕੁਝ ਸਾਲਾਂ ਤੋਂ ਸੁਣ ਰਹੇ ਹੋ, ਇਹ ਭਾਈ ਰਾਮ ਕੌਰ ਜੀ ਨੂੰ ਇਲਹਾਮ ਹੋਇਆ ਸੀ, ਇਲਹਾਮ ਹੋਇਆ ਸੀ, ਉਹਨਾਂ ਨੂੰ ਨਾਜ਼ਲ ਹੋਇਆ ਸੀ। ਤੇ ਉਹ ਬਾਬਾ ਬੁੱਢਾ ਸਾਹਿਬ ਜੀ ਜੋ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਵਰਸਾਏ, ਬਾਬਾ ਬੁੱਢਾ ਸਾਹਿਬ ਜੀ ਤੇ ਉਹਨਾਂ ਦੇ ਅੱਗੋਂ ਜਾਣਸ਼ੀਨ ਭਾਈ ਰਾਮ ਕੌਰ ਜੀ ਨੇ ਇਹ ਸਾਖੀਆਂ ਆਪਣੀ ਨੂੰਹ ਬੀਬੀ ਪ੍ਰਧਾਨ ਕੌਰ, ਉਹਨਾਂ ਦਾ ਅਸਥਾਨ ਬਰਨਾਲੇ ਹੈ, ਉਸ ਇਤਿਹਾਸ ਨੂੰ ਮੈਂ ਬੜਾ ਵਾਚਿਆ। ਉੱਥੋਂ ਦੇ ਜਥੇਦਾਰ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੇ ਕਿਹਾ ਸੀ, ਮੈਂ ਬੜਾ ਯਤਨ ਕੀਤਾ। ਬੀਬੀ ਜੀ ਦਾ ਰੱਥ ਵੀ ਹੈ ਪਟਿਆਲੇ ਮੁਬਾਰਕ ਕਿਲੇ ਦੇ ਵਿੱਚ, 36 ਪਿੰਡਾਂ ਦਾ ਪਰਗਣਾ ਦਿੱਤਾ ਸੀ ਬਾਬਾ ਆਲੇ ਨੇ ਉਹਨਾਂ ਨੂੰ, ਆਪਣੀ ਬੇਟੀ ਨੂੰ। ਖੈਰ ਮੁਕਤਸਰ ਅਰਜ ਜਿਸ ਵਕਤ ਭਾਈ ਬਾਬਾ ਮੋਹਰ ਸਿੰਘ ਜੀ ਜੋ ਭਾਈ ਰਾਮ ਕੌਰ ਜੀ ਦੇ ਸੁਪੁੱਤਰ ਸਨ, ਸਰੀਰ ਛੱਡ ਜਾਂਦੇ ਨੇ, ਤੇ ਉਹਨਾਂ ਨੇ ਆਪਣੀ ਨੂੰਹ ਬੀਬੀ ਪ੍ਰਧਾਨ ਕੌਰ ਨੂੰ, ਆਪਣੀ ਧੀ ਨੂੰ ਕਹਿ ਦਿੱਤਾ ਕਿ ਜਾਓ ਬੇਟਾ, ਤੁਸੀਂ ਆਪਣੇ ਹੁਣ ਪੇਕੇ ਪਿੰਡ ਚਲੇ ਜਾਓ, ਅਸੀਂ ਵੀ ਬਜ਼ੁਰਗੀ 'ਚ ਹਾਂ। ਤੇ ਬਾਬਾ ਮੋਹਰ ਸਿੰਘ ਜੀ ਵੀ ਚੜ੍ਹਾਈ ਕਰ ਗਏ ਨੇ। ਤੇ ਫਿਰ ਬੀਬੀ ਪ੍ਰਧਾਨ ਕੌਰ ਜੀ ਆਪਣੇ ਨਾਲ ਉਹ ਸਾਰਾ ਸਾਹਿਤ ਲਿਆਏ ਬਰਨਾਲੇ, ਬਰਨਾਲੇ ਉਹ ਸਾਰਾ ਸਾਹਿਤ ਲਿਆਏ। ਬੀਬੀ ਪ੍ਰਧਾਨ ਕੌਰ ਜੀ ਤਪੀਸ਼ਵਰ ਸਨ, ਬੰਦਗੀ ਵਾਲੀ ਰੂਹ ਸੀ। ਉਹਨਾਂ ਦਾ ਗੁਰਦੁਆਰੇ ਦਾ ਨਾਮ ਹੀ ਤਪਸਥਾਨ ਬੀਬੀ ਪ੍ਰਧਾਨ ਕੌਰ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ। ਉੱਥੇ ਉਹਨਾਂ ਨੇ ਬੜਾ ਲੰਮਾ ਸਮਾਂ ਤਪ ਕੀਤਾ। ਫਿਰ ਉਹ ਜਦੋਂ ਉਹਨਾਂ ਨੇ ਸਰੀਰ ਛੱਡਿਆ, ਬੀਬੀ ਜੀ ਨੇ, ਬੀਬੀ ਪ੍ਰਧਾਨ ਕੌਰ ਜੀ ਨੇ, ਉਹ ਫਿਰ ਜਿਹੜੀਆਂ ਪੋਥੀਆਂ ਸਨ ਉਹ ਬੀਬੀ ਜੀ ਦੀਆਂ ਬਾਬੇ ਨਿੱਕੇ ਜੀ ਕੋਲ ਆ ਗਈਆਂ। ਉਹਨਾਂ ਦਾ ਸ਼ਾਗਿਰਦ ਸੀ, ਉਹਨਾਂ ਦਾ ਸੇਵਕ ਸੀ, ਜਿਹਨੂੰ ਬੀਬੀ ਜੀ ਦਾ ਸਾਰਾ ਉਹ ਜਿਹੜਾ ਪਰਗਣਾ ਸੀ ਉਹ ਮਿਲ ਗਿਆ। ਉਹਨਾਂ ਦਾ ਨਾਮ ਬਾਬਾ ਨਿੱਕਾ ਜੀ ਸੀ। ਉਹਨਾਂ ਤੋਂ ਬਾਅਦ ਉਹਨਾਂ ਦੇ ਇੱਕ ਸੇਵਕ ਹੋਏ, ਸ਼ਾਗਿਰਦ ਹੋਏ, ਉਹਨਾਂ ਦਾ ਨਾਮ ਸੀ ਬਾਬਾ ਗਾਂਧਾ ਸਿੰਘ। ਫਿਰ ਉਹ ਇਤਿਹਾਸ ਉਹਨਾਂ ਤੋਂ ਬਾਅਦ ਜਦੋਂ ਉਹ ਗੱਦੀ ਨਸ਼ੀਨ ਹੋਏ, ਉਹ ਇਤਿਹਾਸ ਦੀਆਂ ਪੋਥੀਆਂ ਉਹਨਾਂ ਕੋਲ ਆ ਗਈਆਂ। ਉਸ ਤੋਂ ਬਾਅਦ ਰਾਜੇ ਕਰਮ ਸਿੰਘ ਕੋਲ ਗਈਆਂ। ਕਰਮ ਸਿੰਘ ਨੇ ਕਵੀ ਰਾਜ ਕਵੀ ਸੰਤੋਖ ਸਿੰਘ ਨੂੰ ਬੂੜੀਏ ਤੋਂ ਸੱਦਿਆ। ਜੀਂਦ ਦੀ ਧਰਤੀ ਤੇ ਬਹਿ ਕੇ ਇਹ ਗ੍ਰੰਥ ਲਿਖਵਾਇਆ ਗਿਆ। ਇਸ ਗ੍ਰੰਥ ਨੂੰ ਜੋ ਇਲਹਾਮ ਹੋਇਆ ਹੈ, ਸਾਖੀਆਂ ਜੋ ਸਤਿਗੁਰੂ ਜੀ ਦੇ ਵਕਤ ਦੇ ਜੋ ਵਰਤਾਰੇ, ਕਿਵੇਂ ਕਿਵੇਂ ਘਟਨਾਵਾਂ ਵਾਪਰੀਆਂ, ਉਹ ਸਾਰੀਆਂ ਭਾਈ ਰਾਮ ਕੌਰ ਜੀ, ਭਾਈ ਗੁਰਬਖਸ਼ ਸਿੰਘ ਜੀ ਨੂੰ ਇਲਹਾਮ ਹੋਈਆਂ। ਤੇ ਬੀਬੀ ਪ੍ਰਧਾਨ ਕੌਰ ਜੀ ਉਹ ਸ਼ਹਿਦ ਆਪਣੇ ਨਾਲ ਲੈ ਆਏ। ਤੇ ਬਾਬਾ ਗਾਂਧਾ ਜੀ ਨੇ ਰਾਜੇ ਕਰਮ ਸਿੰਘ ਨੂੰ ਉਹ ਸਿਖਾ ਦੇ ਦਿੱਤਾ। ਸਾਰਾ ਇਤਿਹਾਸ
ਉਹਨਾਂ ਨੇ ਜੀਂਦ ਦੀ ਧਰਤੀ ਤੇ ਕਵੀ ਰਾਜ ਕਵੀ ਸੰਤੋਖ ਸਿੰਘ ਦੇ ਨਾਲ ਕੁਝ ਸੰਸਕ੍ਰਿਤ ਦੇ ਵਿਦਵਾਨ ਬਿਠਾਏ। ਉਹਨਾਂ ਨੇ ਫਿਰ ਇਤਿਹਾਸ ਲਿਖਾਇਆ। ਫਿਰ ਜਿਵੇਂ ਵਾਧਾ ਘਾਟਾ ਕੀਤਾ ਗਿਆ ਉਹ ਮੈਂ ਮੁਖਤਸਰ ਅਰਜ਼ ਕਰਾਂ। ਤੋ ਇਹ ਇਤਿਹਾਸ ਸੀ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਦੇ, ਉਹਨਾਂ ਦੇ ਜੀਵਨ ਬਾਰੇ। ਇਹ ਇਤਿਹਾਸ ਕਿੱਥੋਂ ਆਇਆ, ਇਹ ਸਰੋਤ ਕਿੱਥੋਂ ਮਿਲੇ, ਇਹ ਸਰੋਤਾਂ ਦੀ ਜੜ ਕਿੱਥੇ ਹੈ, ਔਰ ਇਹ ਨਾਜ਼ਲ ਕਿਹਨੂੰ ਹੋਇਆ। ਨਾਜ਼ਲ ਹੋਣਾ ਹੋਰ ਗੱਲ ਹੈ, ਇਲਹਾਮ ਹੋ ਜਾਣਾ ਹੋਰ ਗੱਲ ਹੈ, ਪਰ ਇਤਿਹਾਸ ਲਿਖ ਦੇਣਾ ਹੋਰ ਗੱਲ ਹੈ। ਜਿਹੜਾ ਪਿੰਗਲ ਦਾ ਗਿਆਤਾ ਹੁੰਦਾ ਵਿਦਿਆ, ਪਿੰਗਲ ਉਹਦਾ ਗਿਆਤਾ ਛੰਦਾਬੰਦੀ ਵਿੱਚ ਲਿਖ ਦਿੰਦਾ ਹੈ। ਇਸ ਤਰ੍ਹਾਂ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਇਸ ਇਤਿਹਾਸ ਗ੍ਰੰਥ ਨੂੰ ਲਿਖਿਆ ਔਰ ਇਸ ਨੂੰ ਪੜ੍ਹਦੇ ਨੇ ਵਿਦਵਾਨ। ਔਰ ਜਿਹੜਾ ਪੋਥੀ ਪੜ੍ਹਦਾ ਹੈ ਸਿੰਘ ਉਹ ਵੀ ਵਿਦਵਾਨ ਹੁੰਦਾ ਹੈ, ਜਿਹੜਾ ਇਹਦੇ ਅਰਥ ਕਰਦਾ ਹੈ ਉਹ ਵੀ ਵਿਦਵਾਨ ਹੁੰਦਾ ਹੈ। ਇਹਦੀ ਕਥਾ ਵਕਤ ਬੜੇ ਸੁਚੇਤ ਹੋ ਕੇ ਕਰਨੀ ਪੈਂਦੀ ਹੈ। ਕੁਝ ਬੰਦ ਛੱਡਣੇ ਪੈਂਦੇ ਨੇ, ਕਿਉਂਕਿ ਜਿਹੜੇ ਬੰਦ ਸਾਡੇ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਗਿਆਤ ਨਹੀਂ ਕਰ ਸਕਦੇ, ਉਹਨਾਂ ਨੂੰ ਫਿਰ ਵਿਦਵਾਨ ਸੱਜਣ ਗ੍ਰੰਥੀ ਸਿੰਘ ਬਾਬਾ ਜੀ ਕਥਾਵਾਚ ਜੀ ਉਸ ਬੰਦ ਨੂੰ ਫਿਰ ਛੱਡ ਦਿੰਦੇ ਨੇ। ਇਹ ਇਤਿਹਾਸ ਗੁਰਪ੍ਰਤਾਪ ਸੂਰਜ ਗ੍ਰੰਥ ਇਹਦੀ ਜਿਹੜੀ ਜਿੰਨੀ ਕੁ ਜਾਣਕਾਰੀ ਸੀ ਮੇਰੇ ਕੋਲ ਉਹ ਆਪ ਦੇ ਨਾਲ ਸਾਂਝੀ ਕੀਤੀ। ਸਤਿਕਾਰਯੋਗ ਬਾਬਾ ਜੀ ਤੁਹਾਨੂੰ ਲੜੀਵਾਰ ਕਥਾ ਸਰਵਣ ਕਰਾਉਂਦੇ ਨੇ, ਤੋ ਸਮਾਂ ਆਪਾਂ ਭੂਮਿਕਾ ਵਿੱਚ ਲਗਾ ਦਿੱਤਾ ਹੈ। ਆਓ ਇਸ ਬੰਦ ਨੂੰ ਖੋਲ੍ਹਣਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ। ਦੋਹਰਾ ਕਰ ਤਿਆਰੀ ਸਵਰੀ ਤਕੀ, ਸਿੱਖ ਸਗਰੇ ਚਲ ਆਏ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਜਿਸ ਵਕਤ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਨਾਂਦੇੜ ਸਾਹਿਬ ਦੀ ਪਾਵਨ ਧਰਤੀ ਤੇ ਨੇ, ਤੇ ਸਤਿਗੁਰੂ ਜੀ ਦਾ ਸਰੀਰ ਡਾਊਨ ਹੋ ਗਿਆ, ਜ਼ਖਮ ਅੱਲੇ ਨੇ, ਦਵਾ ਸਤਿਗੁਰੂ ਜੀ ਲੈਂਦੇ ਨਹੀਂ। ਗੁਰਸਿੱਖਾਂ ਨੂੰ ਕਹਿੰਦੇ ਕਿਸੇ ਵੈਦ ਦੀ ਲੋੜ ਨਹੀਂ। ਸਤਿਗੁਰੂ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਹੁਣ ਅਸੀਂ ਸਜਦਾ ਕਿੱਥੇ ਕਰਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਅਸੀਂ ਤੁਹਾਨੂੰ ਦੱਸ ਕੇ ਜਾਵਾਂਗੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਸੰਗਤਾਂ ਨੂੰ ਬੁਲਾਉਂਦੇ ਨੇ। ਬੀੜ ਸਾਹਿਬ ਪੋਥੀ ਸਾਹਿਬ ਸਨ ਉਸ ਵਕਤ ਤੱਕ ਸਤਿਗੁਰੂ ਜੀ ਸਜਦਾ ਕਰਦੇ ਨੇ, ਤੇ ਗੁਰੂ ਨਾਨਕ ਸਾਹਿਬ ਦੀ ਉਸ ਜੋਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਭਾਈਮਾਨ ਕਰ ਦਿੰਦੇ ਨੇ ਤੇ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ। ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਧ ਹੈ ਖੋਜ ਸ਼ਬਦ ਮੈਂ ਲੈ। ਜੋ ਵੀ ਲੈਣਾ ਹੈ ਸਤਿਗੁਰੂ ਜੀ ਕਹਿੰਦੇ ਸ਼ਬਦ ਗੁਰੂ ਕੋ ਲੈਣਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਲੋਕ ਵਿੱਚੋਂ ਸੱਚਖੰਡ ਬਿਆਨਾ ਕਰਦੇ ਨੇ। ਸਤਿਕਾਰਯੋਗ ਬਾਬਾ ਜੀ ਤੋਂ ਇਹ ਇਤਿਹਾਸ ਦੀਆਂ ਪੰਕਤੀਆਂ ਕੱਲ੍ਹ ਨੂੰ ਤੁਸੀਂ ਸਰਵਣ ਕਰਨੀਆਂ। ਹੁਣ ਕਥਾ ਦਾ ਸਮਾਂ ਸਮਾਪਤ ਹੋਣ ਵਾਲਾ ਹੈ ਤੇ ਉਸ ਵਕਤ ਦਾ ਕੁਝ ਇਤਿਹਾਸ ਦੇ ਵਿੱਚ ਡਾਕਟਰ ਗੰਡਾ ਸਿੰਘ ਨੇ ਜ਼ਿਕਰ ਕੀਤਾ ਹੈ, ਮੈਂ ਆਪਦੇ ਨਾਲ ਸਾਂਝਾ ਕਰ ਦੇਣਾ। ਸਤਿਗੁਰੂ ਜੀ ਜਿਸ ਵਕਤ ਉਸ ਧਰਤੀ ਤੇ ਨੇ ਨਾਂਦੇੜ ਸਾਹਿਬ ਦੀ, ਤੇ ਫਿਰ ਗੁਰਦੇਵ ਨੇ ਜਿੱਥੇ ਗੁਰੂ ਜੋਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਬਦੀਲ ਕਰ ਦਿੱਤਾ, ਗੁਰੂ ਜੋਤ ਸੁਭਾਈਮਾਨ ਕਰ ਦਿੱਤੀ ਸ਼ਬਦ ਵਿੱਚ, ਉੱਥੇ ਖਾਲਸਾ ਪੰਥ ਦੀ ਅਗਵਾਈ ਦੇ ਦਿੱਤੀ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ। ਗੁਰਤਾ ਗੱਦੀ ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਭਾਈਮਾਨ ਹੋ ਗਈ ਤੇ ਪੰਥ ਦੀ ਸ਼ਕਤੀ ਜੋ ਮੀਰੀ ਪੀਰੀ ਦਾ ਸਿਧਾਂਤ ਸੀ ਉਹ ਜਰਨੈਲ ਥਾਪ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਰਨੈਲ ਬਣਾ ਕੇ ਭੇਜਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਨੇ ਖਾਲਸੇ ਰਾਜ ਦਾ ਝੰਡਾ ਬੁਲੰਦ ਕੀਤਾ ਅਤੇ ਖਾਲਸੇ ਰਾਜ ਦੀ ਸਥਾਪਨਾ ਕੀਤੀ। ਉਸ ਮਹਾਨ ਜਰਨੈਲ ਦਾ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਦਾ 25 ਜੂਨ ਨੂੰ ਹੈ ਔਰ ਸ਼ਨੀਵਾਰ ਕੱਲ ਨੂੰ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਦਰਬਾਰ ਵਿੱਚ ਬਾਬਾ ਜੀ ਵੱਲੋਂ ਖੁਸ਼ੀ ਤੋਂ ਬਾਬਾ ਜੀ ਦਾ ਸ਼ਹੀਦੀ ਦਿਹਾੜਾ 25 ਤਰੀਕ ਨੂੰ ਹੈ। ਉਹ ਸਿੱਖ ਕੌਮ ਦੇ ਮਹਾਨ ਜਰਨੈਲ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਡੀ ਕੌਮ ਦੀ ਸੈਨਿਕ ਅਗਵਾਈ, ਇੱਕ ਸੈਨਿਕ ਜਰਨੈਲ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਨੂੰ ਤੋਰਿਆ। ਬਾਬਾ ਜੀ ਨੇ ਖਾਲਸੇ ਰਾਜ ਦੀ ਸਥਾਪਨਾ ਕੀਤੀ। ਇੱਕ ਮਿੰਟ ਮੈਨੂੰ ਸੋ ਇਹ ਹਨ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ। ਵੈਸੇ ਚੱਕਰਵਰਤੀ ਅਸੀਂ ਕਹਿ ਦਿੰਦੇ ਹਾਂ। ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ। ਕਈ ਸਥਾਨਾਂ 'ਤੇ ਉੱਥੋਂ ਹੁਕਮ ਹੁੰਦਾ ਜਾਓ ਜੀ ਉੱਥੇ ਕਥਾ ਕਰਕੇ ਆਓ। ਇਸ ਤਰ੍ਹਾਂ ਚੱਕਰਵਰਤੀ ਨਾਲ ਇਹ ਕਥਾ ਕਰਦੇ ਚੱਲਦੇ ਰਹਿੰਦੇ ਆ ਅਤੇ ਜਦੋਂ ਇਹਨਾਂ ਕੋਲ ਸਮਾਂ ਮਿਲਦਾ ਅਤੇ ਇੱਥੇ ਆ ਕੇ ਵੀ ਗੁਰੂ ਦੀਆਂ ਖੁਸ਼ੀਆਂ ਲੈਂਦੇ ਆ। ਅਤੇ ਅੱਜ ਆਪਾਂ ਗੱਲ ਕਰਦੇ ਹੁੰਦੇ ਸੀ ਰੋਜ਼ ਵੀ ਇਹ ਜਿਹੜਾ ਇਤਿਹਾਸ ਹੈ ਰਾਮ ਕੋਇਲ ਜੀ ਨੇ ਉਚਾਰਨ ਕੀਤਾ। ਭਾਈ ਸਾਹਿਬ ਜੀ ਨੇ ਬੜੇ ਵਿਸਥਾਰ ਦੇ ਨਾਲ ਆਪਾਂ ਨੂੰ ਸਾਰੀ ਗੱਲ ਖੋਲ੍ਹ ਕੇ ਦੱਸ ਦਿੱਤੀ। ਆਪਾਂ ਬੇਨਤੀ ਕਰਿਆ ਕਰਦੇ ਸੀਗੇ ਵੀ ਸੰਗਤ ਨੇ ਜਾਂ ਬੀਬੀ ਜੀ ਨੇ ਬੇਨਤੀ ਕੀਤੀ, ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹੋ ਜਿਸ ਤਰ੍ਹਾਂ ਸਾਡੇ ਕੋਲ ਧੰਨ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਹੈ, ਅਸੀਂ 10 ਗੁਰੂਆਂ ਦਾ ਇਤਿਹਾਸ ਲਿਖਣਾ ਚਾਹੁੰਦੇ ਹਾਂ। ਅਤੇ ਰਾਮ ਕੋਇਲ ਜੀ ਪਹਿਲਾਂ ਤਾਂ ਨਿਮਰਤਾ ਨਾਲ ਕਹਿੰਦੇ ਜੀ ਫਿਰ ਅਸੀਂ ਕੀ ਕਰ ਸਕਦੇ ਹਾਂ। ਕਹਿੰਦੇ ਜੀ ਤੁਸੀਂ ਸਾਨੂੰ ਇਹ ਸਾਰਾ ਇਤਿਹਾਸ ਸੁਣਾਓ ਬਾਬੇ ਨਾਨਕ ਤਾਂ ਦੂਜੇ ਪਾਤਸ਼ਾਹ ਤੋਂ ਲੈ ਕੇ। ਕਹਿੰਦੇ ਨਾ ਜੀ ਸਾਡੇ ਕਿੱਥੇ ਨਾ ਮਹਾਰਾਜ, ਤੁਹਾਨੂੰ ਗੁਰੂ ਨਾਨਕ ਦਾ ਹੁਕਮ ਹੈ ਬਾਬਾ ਬੁੱਢਾ ਜੀ ਨੂੰ ਕਿ ਬੁੱਢਿਆ ਦੁਨੀਆ ਤੋਂ ਓਲੇ ਹੋਸਾਂ ਪਰ ਤੈਥੋਂ ਕਦੇ ਓਲੇ ਨਾ ਹੋਸਾਂ। ਅਤੇ ਤੁਸੀਂ ਅਰਦਾਸ ਬੇਨਤੀ ਕਰਕੇ ਸ਼ੁਰੂ ਕਰੋ ਅਤੇ ਆਪੇ ਅਕਾਲ ਪੁਰਖ ਕਿਰਪਾ ਕਰਨਗੇ, ਗੁਰੂ ਨਾਨਕ ਕਿਰਪਾ ਕਰਨਗੇ। ਫਿਰ ਐਸਾ ਹੀ ਹੋਇਆ। ਇਲਹਾਮ ਦਾ ਮਤਲਬ ਹੈ ਉੱਪਰੋਂ ਉਤਰਨਾ। ਤਾਂ ਇਸ ਤਰ੍ਹਾਂ ਜਿਸ ਵੇਲੇ ਬਾਬਾ ਰਾਮ ਕੌਰ ਗੁਰਬਖਸ਼ ਸਿੰਘ ਜੀ ਫਿਰ ਇਤਿਹਾਸ ਲਿਖਾਉਣ ਬੈਠ ਜਾਂਦੇ ਆ, ਰੋਜ਼ਾਨਾ ਸੁਣਾਉਂਦੇ ਵੀ ਆ ਔਰ ਨਾਲ ਲਿਖਤ ਵੀ ਕੀਤੀ ਜਾਂਦੀ ਹੈ। ਫਿਰ ਉਸ ਲਿਖਤ ਨੂੰ ਲੈ ਕੇ ਭਾਈ ਸਾਹਿਬ ਭਾਈ ਜੋ ਸਾਡੇ ਇਹ ਕਵੀ ਰਾਜ ਹੈ, ਕਵੀ ਸੰਤੋਖ ਸਿੰਘ ਚੂੜਾਮਣੀ, ਉਹਨਾਂ ਨੇ ਉਹਨਾਂ ਲਿਖਤਾਂ ਨੂੰ ਲੈ ਕੇ ਛੰਦਾਬੰਦੀ ਕੀਤੀ। ਤਾਂ ਇਹ ਸਾਡੇ ਬਹੁਤ ਹੀ ਹਰਮਨ ਪਿਆਰੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ ਵੀ ਕਹਿ ਦਿੰਦੇ ਆ। ਵੈਸੇ ਚੱਕਰਵਰਤੀ ਹੈ, ਸਮੇਂ ਸਮੇਂ 'ਤੇ ਕਈ ਗੁਰਦੁਆਰਿਆਂ ਵਿੱਚ ਇਸ ਤਰ੍ਹਾਂ ਜਾ ਕੇ ਕਿਤੇ 2 ਦਿਨ ਕਿਤੇ 4 ਦਿਨ ਸੇਵਾ ਕਰਦੇ ਆ। ਇਹਨਾਂ ਨੇ ਬਹੁਤ ਵਧੀਆ ਸਮਾਂ ਕੱਢਿਆ ਅਤੇ ਅੱਜ ਸੰਗਤ ਨੂੰ ਇਸ ਇਤਿਹਾਸ ਦੇ ਸਰੋਤ ਦਾ ਬੜੇ ਵਿਸਥਾਰ ਦੇ ਨਾਲ ਜੋ ਵਿਚਾਰ ਦੱਸੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੰਗਤਾਂ ਵੱਲੋਂ ਅਤੇ ਆਪਣੇ ਵੱਲੋਂ ਵੀ। ਸਮਾਪਤੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਦਾਸ, ਹੇ ਸੰਗੀ ਹੈ ਨਿਰੰਕਾਰ, ਹੇ ਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਿਆ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਨਹੀਂ ਕੋਇ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਗੁਰੂ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਹੋਤ ਨਿਹਾਲ, ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਬਨਾਸਣ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਬਨਾਸਣ ਸੋਏ।